Hello students, welcome back. Today our chapter is chapter number 12, that is the friction. फ्रिक्शन ਨੂੰ ਅਸੀਂ ਰਗੜ ਬਲ ਵੀ ਕਹਿੰਦੇ ਆ। ਅੱਜ ਅਸੀਂ ਇਸ ਚੈਪਟਰ ਦੇ ਬਾਰੇ ਡਿਟੇਲ 'ਚ ਪੜਾਂਗੇ। ਬਾਕੀ ਚੈਪਟਰਾਂ ਦੀ ਤਰ੍ਹਾਂ ਇਹ ਚੈਪਟਰ ਵੀ ਬੜਾ ਇੰਟਰਸਟਿੰਗ ਹੈ, ਸੋ ਵੀਡੀਓ ਐਂਡ ਤੱਕ ਜ਼ਰੂਰ ਦੇਖਣਾ, ਤੁਹਾਨੂੰ ਪੂਰੀ ਤਰ੍ਹਾਂ ਸਮਝ ਆ ਜਾਏਗਾ। ਸੋ ਇੰਟਰੋਡਕਟਰੀ ਪਾਰਟ ਦੇ ਵਿੱਚ ਅਸੀਂ ਦੇਖ ਸਕਦੇ ਹਾਂ जिस तरह ये कार का ड्राइवर है और ट्रक है, ड्राइवर स्लो करता है ट्रैफिक सिग्नल के हिसाब नाल। बाईसाइकिल जो चलाते हो तुसी ब्रेक लगाते हो उन्हें स्लो करने विच। यू हैव एवर थॉट वाई व्हीकल स्लो डाउन व्हेन ब्रेक आर अप्लाइड। तुसी कदे सोचा ब्रेक लाने नाल साइकिल स्लो क्यों हो जाता है। नॉट ओनली व्हीकल, एनी ऑब्जेक्ट मूविंग ओवर सरफेस ऑफ अनदर ऑब्जेक्ट स्लो डाउन व्हेन नो एक्सटर्नल फोर्स इज अप्लाइड। कोई भी चीज़ है ਜਦੋਂ तक ਤੁਸੀਂ ਉੱਤੇ ਬਾਹਰੋਂ ਫੋਰਸ ਲਗਾਉਣਾ ਬੰਦ ਕਰ ਦੋਗੇ ਤਾਂ ਆਪਣੇ ਆਪ ਰੁਕ ਜਾਂਦੀ ਹੈ, ਫਾਈਨਲੀ ਸਲੋ ਹੋ ਕੇ ਰੁਕ ਜਾਂਦੀ ਹੈ। ਸੋ ਇਹਦਾ ਕਾਰਨ ਕੀ ਹੈ। ਵਾਈ ਡੂ ਵੀ ਸਲਿਪ ਵੈਨ ਵੀ ਸਲਿਪ ਔਨ ਦਾ ਬਨਾਨਾ ਪੀਲ। ਕੇਲੇ ਦੇ ਛਿਲਕੇ 'ਤੇ ਅਸੀਂ ਕਿਉਂ ਤਿਲਕਦੇ ਹਾਂ। ਵਾਈ ਇਟ ਇਜ਼ ਡਿਫੀਕਲਟ ਟੂ ਵਾਕ ਔਨ ਦਾ ਸਮੂਥ ਐਂਡ ਵੈਟ ਫਲੋਰ। ਪੱਧਰੇ ਅਤੇ ਵੈਟ ਫਲੋਰ ਗਿੱਲੇ ਫਰਸ਼ 'ਤੇ ਕਿਉਂ ਨਹੀਂ ਚੱਲ ਸਕਦੇ। ਸੋ ਇੱਦਾਂ ਦੇ ਜਿਹੜੇ ਪ੍ਰਸ਼ਨ ਹੈ ਇਹ ਸਾਡੇ ਦਿਮਾਗ ਦੇ ਵਿੱਚ ਇੱਕ ਨਵੀਂ ਚੀਜ਼ ਦੇ ਬਾਰੇ ਗੱਲ ਕਰਦੇ ਆ, ਇੱਕ ਅਚੰਭਾ ਪੈਦਾ ਕਰਦੇ ਆ। ਯੂ ਵਿਲ ਫਾਈਂਡ ਦਾ ਆਨਸਰ ਟੂ ਸੱਚ ਕੁਐਸਚਨ ਇਨ ਦਿਸ ਚੈਪਟਰ। ਸੋ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ, ਜਿਸ ਤਰ੍ਹਾਂ ਯੂ ਹੈਵ ਸਾ ਇਫ ਯੂ ਅਪਲਾਈ ਦਾ ਫੋਰਸ ਅਲੋਂਗ ਦਾ ਲੈਫਟ ਫ੍ਰਿਕਸ਼ਨ ਐਕਟ ਅਲੋਂਗ ਦਾ ਰਾਈਟ। ਇਫ ਯੂਰ ਬੋਡੀ ਇਫ ਯੂ ਅਪਲਾਈ ਦਾ ਫੋਰਸ ਅਲੋਂਗ ਦਾ ਰਾਈਟ ਦਾ ਫ੍ਰਿਕਸ਼ਨ ਜਿਹੜੀ ਹੈ ਲੈਫਟ ਨੂੰ ਐਕਟ ਹੁੰਦੀ ਹੈ। ਸੋ ਇਹਦੇ ਵਿੱਚ ਤੁਸੀਂ ਇਹ ਐਕਟੀਵਿਟੀ ਹੈ ਤਾਂ ਸਮਝ ਆ ਜਾਏਗਾ ਫੋਰਸ ਆਫ ਫ੍ਰਿਕਸ਼ਨ। ਇਹਦੇ ਵਿੱਚ ਤੁਸੀਂ ਇੱਕ ਬੁੱਕ ਲਈ ਹੈ, ਬੁੱਕ ਨੂੰ ਤੁਸੀਂ ਫੋਰਸ ਲਗਾ ਰਹੇ ਹੋ। ਜੇ ਤੁਸੀਂ ਰਾਈਟ ਸਾਈਡ ਫੋਰਸ ਲਗਾ ਰਹੇ ਹੋ ਅਤੇ ਤੁਹਾਨੂੰ ਲੈਫਟ ਸਾਈਡ ਜਿਹੜੀ ਫ੍ਰਿਕਸ਼ਨ ਲੱਗੇਗੀ, ਲੈਫਟ ਸਾਈਡ ਲਗਾ ਰਹੇ ਹੋ ਤਾਂ ਰਾਈਟ ਸਾਈਡ ਲੱਗੇਗੀ। ਸੋ ਫ੍ਰਿਕਸ਼ਨ ਜਿਹੜੀ ਹੈ ਰੈਲੇਟਿਵ ਮੋਸ਼ਨ ਨੂੰ ਅਪੋਜ਼ ਕਰਦੀ ਹੈ ਬੁੱਕ ਦੀ। ਸੋ ਇਜ਼ ਦਾ ਫ੍ਰਿਕਸ਼ਨ ਸੇਮ ਫਾਰ ਆਲ ਦਾ ਸਰਫੇਸ, ਡਜ਼ ਇਟ ਡਿਪੈਂਡ ਔਨ ਦਾ ਸਮੂਥਨੈਸ ਔਰ ਆਲ ਦਾ ਸਰਫੇਸ। ਕਿ ਫ੍ਰਿਕਸ਼ਨ ਸਾਰਿਆਂ ਵਾਸਤੇ ਇੱਕੋ ਜਿਹੀ ਹੈ। ਸੋ ਇਹਦੇ ਵਿੱਚ ਫੈਕਟਰ ਕਿਹੜੇ ਆ ਜਿੱਥੇ ਡਿਪੈਂਡ ਕਰਦੀ ਹੈ। ਐਕਟੀਵਿਟੀ 12.2 ਇਹਦੇ ਵਿੱਚ ਤੁਸੀਂ ਇੱਕ ਇੱਟ ਨੂੰ ਬੰਨਿਆ ਹੋਇਆ ਸਪਰਿੰਗ ਦੇ ਨਾਲ, ਸਪਰਿੰਗ ਬੈਲੈਂਸ ਦੇ ਨਾਲ। ਸੋ ਸਟਰਿੰਗ ਬੰਨੀ ਆ ਬ੍ਰਿਕ ਦੇ ਨਾਲ, ਉਹਨੂੰ ਤੁਸੀਂ ਖਿੱਚ ਰਹੇ ਹੋ। ਸੋ ਜਿੰਨੀ ਜ਼ਿਆਦਾ ਖਿਚੋਏਗੀ ਉਨਾ ਜ਼ਿਆਦਾ ਫੋਰਸ ਲੱਗੇਗਾ। ਡੈਟ ਇਜ਼ ਦਾ ਫੋਰਸ ਆਫ ਫ੍ਰਿਕਸ਼ਨ। ਜਿੰਨੀ ਇੱਥੇ ਰੀਡਿੰਗ ਆ ਜਾਏਗੀ ਫੋਰਸ ਦੀ, ਉੱਥੋਂ ਤੁਹਾਨੂੰ ਕਲੀਅਰ ਹੋ ਜਾਏਗਾ ਇੰਨਾ ਜ਼ਿਆਦਾ ਫੋਰਸ ਆਫ ਫ੍ਰਿਕਸ਼ਨ ਲੱਗਦਾ ਹੈ। ਹੁਣ ਤੁਸੀਂ ਕੀ ਕਰਨਾ ਹੈ, ਪਹਿਲੇ ਇੱਟ ਨੂੰ ਵੈਸੇ ਹੀ ਤੁਸੀਂ ਖਿੱਚਿਆ, ਫਿਰ ਅਸੀਂ ਪੋਲੀਥੀਨ ਬ੍ਰਿਕ ਦੇ ਆਲੇ ਦੁਆਲੇ ਲਪੇਟਤਾ, ਫਿਰ ਐਕਟੀਵਿਟੀ ਦੇਖਣੀ ਹੈ। ਫਿਰ ਤੁਹਾਨੂੰ ਇਹਦੇ ਵਿੱਚ ਡਿਫਰੈਂਸ ਨਜ਼ਰ ਆਏਗਾ ਫੋਰਸ ਦਾ। ਇਜ਼ ਦੇਅਰ ਐਨੀ ਡਿਫਰੈਂਸ। ਇਹ ਐਕਟੀਵਿਟੀ ਤੁਸੀਂ ਜਿਊਟ ਬੈਗ ਨਾਲ ਰਿਪੀਟ ਕਰਕੇ ਦੇਖ ਸਕਦੇ ਹੋ ਅਲੱਗ-ਅਲੱਗ ਸਰਫੇਸ 'ਤੇ, ਕਿਉਂਕਿ ਅਲੱਗ-ਅਲੱਗ ਜਿਹੜਾ ਮਟੀਰੀਅਲ ਤੁਸੀਂ ਉੱਤੇ ਚੜਾਓਗੇ ਉਹਦੀ ਅਲੱਗ-ਅਲੱਗ ਫ੍ਰਿਕਸ਼ਨ ਹੋਏਗੀ। ਸਪਰਿੰਗ ਬੈਲੈਂਸ ਜਿਹੜਾ ਹੈ ਇਹਨੂੰ ਦੇਖ ਸਕਦੇ ਹੋ, ਜੋ ਤੱਕਲੇਕਾਰ ਤੁਲਾ ਹੈ, ਜੋ ਇਹ ਕੁੰਡਲੀਦਾਰ ਤੁਲਾ ਹੈ, ਇਹਦੇ 'ਤੇ ਭਾਰ ਤੋਲਦੇ ਆ। ਇਹ ਕੁੰਡਲੀ ਦੇ ਵਿੱਚ ਭਾਰ ਫਸਾਉਂਦੇ ਆ ਅਤੇ ਅਕੋਰਡਿੰਗ ਟੂ ਗ੍ਰੈਵਿਟੀ ਜਿਹੜਾ ਹੈ ਭਾਰ ਤੋਲਿਆ ਜਾਂਦਾ ਹੈ। ਸੋ 12.3 ਐਕਟੀਵਿਟੀ ਵਿੱਚ ਤੁਸੀਂ ਇੱਕ ਇਨਕਲਾਈਨਡ ਸਰਫੇਸ ਬਣਾਉਣੀ ਹੈ ਟੇਬਲ ਦੇ ਉੱਤੇ, ਅਤੇ ਵੁਡਨ ਜਿਹੜੀ ਹੈ ਬੋਰਡ ਲੈ ਕੇ ਆਲੇ ਦੁਆਲੇ ਇੱਟਾਂ ਲਗਾ ਕੇ ਫਿਰ ਤੁਸੀਂ ਮਾਰਕ ਲਗਾ ਦੇਣਾ ਹੈ ਪੈਨ ਦੇ ਨਾਲ ਅਤੇ ਇਨਕਲਾਈਨਡ ਪਲੇਨ 'ਤੇ। ਫਿਰ ਤੁਸੀਂ ਪੈਨਸਿਲ ਸੈੱਲ ਲੈਣੇ ਜਿਹੜੇ ਬੈਟਰੀ ਜਾਂ ਕਲੋਕ ਦੇ ਵਿੱਚ ਪੈਂਦੇ, ਉਹਨੂੰ ਘੁਮਾ ਕੇ ਦੇਖਣਾ ਕਿੰਨੀ ਦੂਰੀ ਤੱਕ ਜਾਂਦੇ ਆ। ਸੋ ਇਹ ਐਕਟੀਵਿਟੀ ਹੈ ਜੀ, ਦੇਖ ਸਕਦੇ ਹੋ। ਇਹਦੇ ਵਿੱਚ ਇੱਕ ਤੁਸੀਂ ਇਨਕਲਾਈਨਡ ਸਰਫੇਸ ਬਣਾਈ ਹੈ, ਇਹਦੇ ਵਿੱਚ ਬੁੱਕ ਰੱਖ ਕੇ ਏ ਮਾਰਕ ਕਰਤਾ, ਇੱਥੋਂ ਤੁਸੀਂ ਜਿਹੜਾ ਪੈਨਸਿਲ ਸੈੱਲ ਸੱਟਿਆ ਹੈ। ਦੂਸਰੀ ਐਕਟੀਵਿਟੀ ਵਿੱਚ ਤੁਸੀਂ ਇਹਦੇ ਉੱਤੇ ਇੱਕ ਕੱਪੜਾ ਵਿਛਾ ਦਿੱਤਾ ਅਤੇ ਤੁਸੀਂ ਇਹਦੇ ਵਿੱਚ ਇੱਕ ਕੱਪੜਾ ਵਿਛਾ ਕੇ ਫਿਰ ਦੇਖਿਆ ਕਿੰਨੀ ਦੂਰ 'ਤੇ ਜਾਂਦਾ ਹੈ। ਸੋ ਅਲੱਗ-ਅਲੱਗ ਸਰਫੇਸ 'ਤੇ ਸੈੱਲ ਅਲੱਗ-ਅਲੱਗ ਦੂਰੀ 'ਤੇ ਜਾਏਗਾ। ਹੁਣ ਇਹ ਟੇਬਲ ਏ 'ਤੇ ਸਨਮਾਈਕਾ ਲੱਗਿਆ ਅਤੇ ਇਹ ਪਲੇਨ ਹੈ ਅਤੇ ਜ਼ਿਆਦਾ ਦੂਰ ਜਾਏਗਾ। ਇਹ ਕੱਪੜੇ ਦੀ ਰਫਨੈਸ ਹੈ, ਇਹਨਾਂ ਘੱਟ ਦੂਰੀ 'ਤੇ ਜਾਏਗਾ। ਸੋ ਇੱਥੋਂ ਸਮਝ ਆ ਜਾਂਦਾ ਵੀ ਜਿਹੜਾ ਫ੍ਰਿਕਸ਼ਨ ਦਾ ਫੋਰਸ ਹੈ ਉਹ ਨੇਚਰ ਆਫ ਸਰਫੇਸ 'ਤੇ ਡਿਪੈਂਡ ਕਰਦਾ ਹੈ। ਸੋ ਇਨ ਵਿੱਚ ਦਾ ਡਿਸਟੈਂਸ ਕਵਰ ਇਜ਼ ਮਿਨੀਮਮ। ਕਿੱਥੇ ਕਿ ਡਿਸਟੈਂਸ ਘੱਟ ਲੱਗਦੀ ਹੈ। ਵਾਈ ਇਜ਼ ਦਾ ਡਿਸਟੈਂਸ ਕਵਰ ਬਾਈ ਪੈਨਸਿਲ ਸੈੱਲ ਡਿਫਰੈਂਟ ਫਾਰ ਡਿਫਰੈਂਟ ਟਾਈਮ। ਇਹਦਾ ਕਾਰਨ ਕੀ ਹੈ, ਕਿਉਂ ਘੱਟ ਲੱਗਦੀ ਹੈ। ਡਜ਼ ਦਾ ਡਿਸਟੈਂਸ ਡਿਪੈਂਡ ਔਨ ਦਾ ਨੇਚਰ ਆਫ ਸਰਫੇਸ। ਕੀ ਨੇਚਰ ਆਫ ਸਰਫੇਸ 'ਤੇ ਡਿਪੈਂਡ ਕਰਦੀ ਹੈ। ਕਿਆ ਸਮੂਥਨੈਸ ਔਰ ਰਫਨੈਸ ਜਿਹੜੀ ਹੈ ਡਿਸਟੈਂਸ ਨੂੰ ਅਫੈਕਟ ਕਰਦੀ ਹੈ। ਆਈ ਸ਼ੈਲ ਟਰਾਈ ਦ ਐਕਟੀਵਿਟੀ ਬਾਈ ਰੈਪਿੰਗ ਦਾ ਪੀਸ ਆਫ ਸੈਂਡ ਪੇਪਰ ਅਰਾਊਂਡ ਦਾ ਸੈੱਲ। ਤੁਸੀਂ ਇਹਦੇ ਅਰਾਊਂਡ ਸੈਂਡ ਪੇਪਰ ਜਿਹਨੂੰ ਰੇਗਮਾਰ ਕਹਿੰਦੇ ਹੋ ਉਹ ਲਪੇਟ ਕੇ ਐਕਟੀਵਿਟੀ ਕਰੋ, ਫਿਰ ਸੈੱਲ ਬਿਲਕੁਲ ਨਹੀਂ ਜਾਏਗਾ ਕਿਉਂਕਿ ਉਹ ਕਾफ़ी ਖੁਰਦਰੀ ਸਰਫੇਸ ਹੈ। ਸੋ ਫ੍ਰਿਕਸ਼ਨ ਇਜ਼ ਕੋਜ਼ਡ ਬਾय द इरेगुलरिटी ऑन द टू सरफेस इन कंटैक्ट।
even those surface which appear very smooth have large number of minute irregularity on them। ਸੋ ਦੋ ਜਿਹੜੀਆਂ ਸਰਫੇਸਾਂ ਹੁੰਦੀਆਂ ਸਤਹਾਂ ਹੁੰਦੀਆਂ ਉਹਦੇ ਵਿੱਚ ਰਫਨੈਸ ਹੁੰਦੀ ਹੈ। ਜੇ ਤੁਸੀਂ ਮਾਈਕਰੋਸਕੋਪਿਕ ਦੇਖੋ ਜਾਂ ਸਨਮਾਈਕਾ ਦੇਖਣ ਨੂੰ ਪਲੇਨ ਲੱਗਦਾ, ਸ਼ੀਸ਼ਾ ਪਲੇਨ ਲੱਗਦਾ, ਪਰ ਉਹਦੇ ਵਿੱਚ ਵੀ ਸ਼ੀਸ਼ੇ ਉੱਤੇ ਵੀ ਪਾਣੀ ਖੜ ਜਾਂਦਾ ਹੈ, ਸਰਮਾਈਕੇ ਉੱਤੇ ਵੀ ਚੀਜ਼ ਖੜ ਜਾਂਦੀ, ਕਿਉਂਕਿ ਛੋਟੇ ਛੋਟੇ ਉਹਦੇ ਵਿੱਚ ਰਫਨੈਸ ਹੈ, ਟਫਨੈਸ ਹੈ, ਛੋਟੇ ਛੋਟੇ ਉਹਦੇ ਵਿੱਚ ਚੈਨਲਸ ਬਣੇ ਹੁੰਦੇ ਹੈ, ਕਰੈਸਟ ਐਂਡ ਟਰੈਫ ਹੈ। ਸੋ ਇਹ ਜਿਹੜੀ ਖੁਰਦਰੀ ਸਰਫੇਸ ਹੁੰਦੀ ਹੈ ਉਹ ਜਿਹੜੀ ਹੈ ਫ੍ਰਿਕਸ਼ਨ ਪ੍ਰੋਵਾਈਡ ਕਰਦੀ ਹੈ। ਵੀ ਸੀ ਡੈਟ ਦਾ ਫ੍ਰਿਕਸ਼ਨ ਇਜ਼ ਕੋਜ਼ ਬਾਏ ਇੰਟਰਲੋਕਿੰਗ ਆਫ ਰੈਗੂਲਰਿਟੀ। ਸੋ ਦੋ ਸਰਫੇਸ ਦੀ ਜਿਹੜੀ ਇਰੈਗੂਲਰਿਟੀ ਉਹ ਆਪਸ ਵਿੱਚ ਇੰਟਰਲੋਕ ਹੋ ਜਾਂਦੀ ਹੈ। ਜਿਸ ਤਰ੍ਹਾਂ ਤੁਸੀਂ ਦੇਖੋ ਇਹ ਵੁਡਨ ਦਾ ਬਲੋਕ ਹੈ, ਥੱਲੇ ਸਰਫੇਸ 'ਤੇ ਜਾ ਰਿਹਾ, ਇੱਦਾਂ ਵੁਡਨ ਬਲੋਕ ਦੀ ਰੈਗੂਲਰਿਟੀ ਇੱਦਾਂ ਇੰਟਰਲੋਕ ਹੋ ਜਾਏਗੀ। ਸੋ ਇਹ ਸਰਫੇਸ ਜਿਹੜੀ ਹੈ ਮੂਵ ਨਹੀਂ ਕਰਦੀ। ਸੋ it is obvious that the force of friction will increase if the two surface are pressed harder। ਜੇ ਤੁਸੀਂ ਜ਼ਿਆਦਾ ਜ਼ੋਰ ਲਗਾਓਗੇ ਤੁਹਾਨੂੰ ਜ਼ਿਆਦਾ ਜ਼ੋਰ ਲਗਾਉਣਾ ਪਵੇਗਾ। ਜਿਸ ਤਰ੍ਹਾਂ ਤੁਸੀਂ ਚਟਾਈ 'ਤੇ ਬੈਠੇ ਹੋਵੋ ਅਤੇ ਕੋਈ ਉਹਨੂੰ ਖਿੱਚੇ ਤਾਂ ਚਟਾਈ ਖਿੱਚਣ ਨੂੰ ਜ਼ੋਰ ਲੱਗਦਾ ਹੈ, ਕਿਉਂਕਿ ਉਹ ਫ੍ਰਿਕਸ਼ਨ ਜਿਹੜੀ ਹੈ ਜ਼ਿਆਦਾ ਬਣ ਜਾਂਦੀ, ਜੋ ਸਰਫੇਸ ਦੇ ਵਿੱਚ ਕੰਟੈਕਟ ਜ਼ਿਆਦਾ ਬਣ ਜਾਂਦਾ ਭਾਰ ਪਾਉਣ ਦੇ ਨਾਲ। ਰਿਕਾਲ ਯੂਰ ਐਕਸਪੀਰੀਅੰਸ ਵੈਨ ਯੂ ਲਾਸਟ ਯੂ ਮੂਵਡ ਏ ਹੈਵੀ ਬਾਕਸ ਫਰੋਮ ਵਨ ਪਲੇਸ ਟੂ ਅਨਦਰ। ਤੁਸੀਂ ਕੋਈ ਭਾਰਾ ਬਾਕਸ ਜਿਹੜਾ ਖਿੱਚਿਆ ਹੋਏਗਾ ਧੱਕਾ ਮਾਰ ਕੇ, ਪੁਰਾਣੇ ਦੇਖੋ ਜਿੱਦਾਂ 12.6 ਐਕਟੀਵਿਟੀ ਹੈ। ਇਫ ਯੂ ਹੈਵ ਨੋ ਸੱਚ ਐਕਸਪੀਰੀਅੰਸ ਗੈਟ ਐਕਸਪੀਰੀਅੰਸ ਤੁਸੀਂ ਕਰ ਸਕਦੇ ਇਹਨੂੰ। ਬਟ ਇਜ਼ ਈਜ਼ੀਅਰ ਟੂ ਮੂਵ ਦਾ ਬਾਕਸ ਫਰੋਮ ਰੈਸਟ ਔਰ ਟੂ ਮੂਵ ਵੈਨ ਇਟ ਇਜ਼ ਆਲਰੇਡੀ ਇਨ ਮੋਸ਼ਨ। ਕੀ ਇਹ ਰੈਸਟ 'ਤੇ ਹੋਵੇ ਤਾਂ ਮੋੜ ਸਕਦੇ ਜਾਂ ਪਹਿਲੇ ਬਾਕਸ ਚੱਲ ਰਿਹਾ ਉਹਨੂੰ ਜੋੜ ਸਕਦੇ ਆ, ਘੁਮਾ ਸਕਦੇ ਆ। ਦਾ ਫੋਰਸ ਰਿਕੁਆਇਰਡ ਟੂ ਓਵਰਕਮ ਦਾ ਫ੍ਰਿਕਸ਼ਨ ਐਟ ਦਾ ਇੰਸਟੈਂਟ ਆਫ ਆਬਜੈਕਟ ਸਟਾਰਟ ਮੂਵਿੰਗ ਫਰੋਮ ਰੈਸਟ ਟੂ ਮਿਜ਼ਰ of static friction। on the other hand force required to keep the object moving with the same friction is the sliding friction। ਯਾਨੀ ਜਦੋਂ ਚੀਜ਼ ਇੱਕ ਅਸੀਂ ਮੂਵ ਨਹੀਂ ਕੀਤੀ, ਮੂਵ ਕਰਨ ਤੋਂ ਪਹਿਲੇ ਜਿਹੜਾ ਜ਼ੋਰ ਲੱਗਦਾ ਇਹਨੂੰ ਅਸੀਂ ਸਟੈਟਿਕ ਫ੍ਰਿਕਸ਼ਨ ਕਹਿੰਦੇ ਹਾਂ। ਸਟੈਟਿਕ ਜਿਹਨੂੰ ਅਸੀਂ ਸਥਿਰ ਰਗੜ ਬਲ ਕਹਿੰਦੇ ਹਾਂ। ਅਤੇ ਜਦੋਂ ਚੀਜ਼ ਸਲਾਈਡ ਕਰਨੀ ਸ਼ੁਰੂ ਹੋ ਜਾਂਦੀ ਹੈ ਉਹਨੂੰ ਅਸੀਂ ਸਲਾਈਡਿੰਗ ਫ੍ਰਿਕਸ਼ਨ ਕਹਿੰਦੇ ਹਾਂ। ਸਲਾਈਡਿੰਗ ਤੋ ਬਿਨ ਜਿਹੜਾ ਬਾਕਸ ਹੈ ਸਟਾਰਟ ਕਰਦਾ ਸਲਾਈਡਿੰਗ 'ਤੇ ਤਾਂ ਦਾ ਕੰਟੈਕਟ ਪੁਆਇੰਟ ਔਨ ਇਟਸ ਸਰਫੇਸ do not get enough time to lock into the contact of other, so the sliding friction is slightly smaller than static friction ਦੇ ਨਾਲੋਂ ਜਿਹੜੀ ਸਲਾਈਡਿੰਗ ਫ੍ਰਿਕਸ਼ਨ ਘੱਟ ਹੁੰਦੀ ਹੈ ਕਿਉਂਕਿ ਚੀਜ਼ ਮੂਵ ਹੋ ਰਹੀ ਹੈ। ਸਟੈਟਿਕ ਫ੍ਰਿਕਸ਼ਨ ਦੇ ਵਿੱਚ ਪੂਰਾ ਜ਼ਿਆਦਾ ਇੰਟਰਲੋਕਿੰਗ ਹੁੰਦੀ ਦੋਨਾਂ ਸਰਫੇਸ ਦੀ, ਉਹ ਜ਼ਿਆਦਾ ਹੁੰਦੀ ਹੈ। ਫ੍ਰਿਕਸ਼ਨ ਇਜ਼ ਨੈਸੈਸਰੀ ਈਵਲ। ਫ੍ਰਿਕਸ਼ਨ ਜਿਹੜੀ ਹੈ ਇੱਕ ਸਾਡੀ ਬੁਰਾਈ ਵੀ ਹੈ, ਇੱਕ ਚੰਗੀ ਬੁਰਾਈ ਹੈ। ਸੋ ਤੁਸੀਂ ਦੇਖਿਆ ਹੋਣਾ ਅਰਥਨ ਪੌਂਡ ਜਿਹਨੂੰ ਖੁੱਲਰ ਕਹਿੰਦੇ ਆ, ਜਾਂ ਗਲਾਸ ਟੰਬਲਰ ਦੇਖਿਆ। ਆਊਟਰ ਸਰਫੇਸ ਆਫ ਟੰਬਲਰ ਇਜ਼ ਗਰੀਸੀ, ਬਾਹਰੋਂ ਦੇ ਗਰੀਸੀ ਹੁੰਦੀ ਹੈ, ਔਰ ਹੈਜ਼ ਥਿਨ ਫਿਲਮ ਆਫ ਦਾ ਕੁਕਿੰਗ ਓਇਲ, ਥੋੜ੍ਹੇ ਉੱਤੇ ਕੁਕਿੰਗ ਓਇਲ ਚੜਾਇਆ ਹੁੰਦਾ। ਵੁੱਡ ਇਟ ਬਿਕਮ ਈਜ਼ੀਅਰ ਟੂ ਮੋਰ ਡਿਫੀਕਲਟ ਟੂ ਹੋਲਡ ਇਟ, ਕਿ ਉਹਨੂੰ ਫੜਨਾ ਮੁਸ਼ਕਿਲ ਹੋ ਜਾਏਗਾ। ਜਸਟ ਥਿੰਕ ਵੁੱਡ ਇਟ ਬੀ ਪੋਸੀਬਲ ਟੂ ਹੋਲਡ ਦਾ ਗਲਾਸ ਐਟ ਆਲ ਇਫ ਦੇਰ ਇਜ਼ ਨੋ ਫ੍ਰਿਕਸ਼ਨ। ਜੇ ਗਲਾਸ 'ਤੇ ਫ੍ਰਿਕਸ਼ਨ ਨਾ ਹੋਵੇ, ਖੁੱਲਰ ਜਿੱਦਾਂ ਥੋੜ੍ਹਾ ਰਗੜਦਾਰ ਹੁੰਦਾ ਉਹਨੂੰ ਆਰਾਮ ਨਾਲ ਫੜ ਸਕਦੇ ਹਾਂ, ਅਤੇ ਜੇ ਤੇਲ ਲਗਾ ਦਈਏ ਗਲਾਸ ਨੂੰ ਅਸੀਂ ਫੜ ਨਹੀਂ ਸਕਦੇ। ਰਿਕਾਲ ਆਲਸੋ ਹੋ ਡਿਫੀਕਲਟ ਟੂ ਮੂਵ ਔਨ ਬੈਟ ਮਡੀ ਟਰੈਕ। ਚਿੱਕੜ ਵਾਲੇ ਰਸਤੇ 'ਤੇ ਚੱਲਣਾ ਬੜਾ ਔਖਾ ਹੈ, ਮਾਰਬਲ ਫਲੋਰ 'ਤੇ ਚੱਲਣਾ ਬੜਾ ਔਖਾ ਜਿਹੜਾ ਗਿੱਲਾ ਹੋਵੇ। ਕੈਨ ਯੂ ਇਮੈਜਿਨ ਬੀਇੰਗ ਏਬਲ ਟੂ ਵਾਕ ਐਟ ਆਲ ਇਫ ਦੇਰ ਇਜ਼ ਨੋ ਫ੍ਰਿਕਸ਼ਨ। ਜੇ ਫ੍ਰਿਕਸ਼ਨ ਹੋਵੇ ਤੁਸੀਂ ਚੱਲ ਸਕਦੇ ਹੋ। ਯੂ ਕੁਡ ਨੋਟ ਰਾਈਟ ਵਿਦ ਪੈਨ ਔਰ ਪੈਨਸਿਲ ਇਫ ਦੇਰ ਇਜ਼ ਨੋ ਫ੍ਰਿਕਸ਼ਨ। ਬਿਨਾਂ ਫ੍ਰਿਕਸ਼ਨ ਦੇ ਤੁਸੀਂ ਨਾਲ ਲਿਖ ਸਕਦੇ ਹੋ, ਪੈਨ ਵੀ ਨਹੀਂ ਫੜ ਸਕਦੇ, ਨਾਲ ਘੁਮਾ ਨਹੀਂ ਸਕਦੇ ਪੈਨ। ਸੋ ਵੈਨ ਯੋਰ ਟੀਚਰ ਇਜ਼ ਰਾਈਟਿੰਗ ਵਿਦ ਚਾਕ ਔਨ ਦਾ ਬੈਕਬੋਰਡ, ਇਹਦੇ ਵਿੱਚ ਰਫ ਸਰਫੇਸ ਹੈ ਦੋਨਾਂ ਦੀ, ਉਹਦੇ ਨਾਲ ਤੁਸੀਂ ਲਿਖਦੇ ਹੋ। ਤੁਸੀਂ ਨੀਲ ਜਿਹੜੀ ਠੋਕ ਰਹੇ ਹੋ ਹਥੌੜੀ ਦੇ ਨਾਲ, ਹੈਮਰ ਦੇ ਨਾਲ, ਇਹ ਵੀ ਫ੍ਰਿਕਸ਼ਨ ਦੇ ਨਾਲ ਹੀ ਜਾਂਦੀ ਹੈ। ਕੁਡ ਇਟ ਹੈਪਨ ਇਫ ਦੇਰ ਇਜ਼ ਨੋ ਫ੍ਰਿਕਸ਼ਨ ਬਿਟਵੀਨ ਚਾਕ ਐਂਡ ਬੋਰਡ। ਚਾਕ ਐਂਡ ਬੋਰਡ 'ਚ ਜੇ ਕੋਈ ਫ੍ਰਿਕਸ਼ਨ ਨਾ ਹੋਵੇ ਤਾਂ ਤੁਸੀਂ ਲਿਖ ਨਹੀਂ ਸਕਦੇ। ਇਫ ਐਨ ਓਬਜੈਕਟ ਸਟਾਰਟ ਮੂਵਿੰਗ ਇਟ ਵੁੱਡ ਨੈਵਰ ਸਟੋਪ ਇਫ ਦੇਰ ਇਜ਼ ਨੋ ਫ੍ਰਿਕਸ਼ਨ। ਜੇ ਕੋਈ ਚੀਜ਼ ਤੁਸੀਂ ਸਾਈਕਲ ਚਲਾ ਰਹੇ ਹੋ ਜਾਂ ਗੇਂਦ ਨੂੰ ਰੇੜਦੇ ਹੋ, ਜੇ ਉਹਦੇ ਵਿੱਚ ਰਗੜ ਬਲ ਨਾ ਹੋਵੇ ਤਾਂ ਕਦੇ ਵੀ ਨਹੀਂ ਰੁਕੇਗੀ, ਨਾ ਤੁਹਾਡਾ ਕਦੇ ਸਾਈਕਲ ਰੁਕੇਗਾ। ਦੇਰ ਇਜ਼ ਨੋ ਫ੍ਰਿਕਸ਼ਨ ਬਿਟਵੀਨ ਟਾਇਰ ਆਫ ਆਟੋਮੋਬਾਈਲ ਐਂਡ ਰੋਡ, ਦੇ ਕੁਡ ਨੋਟ ਬੀ ਸਟਾਰਟਡ ਔਰ ਸਟੋਪਡ। ਜੇ ਫ੍ਰਿਕਸ਼ਨ ਨਾ ਹੋਵੇ ਤਾਂ ਅਸੀਂ ਉਹਨੂੰ ਨਾ ਰੋਕ ਸਕਦੇ ਹਾਂ, ਨਾ ਅਸੀਂ ਉਹਨੂੰ ਚਲਾ ਸਕਦੇ ਹਾਂ। ਯੂ ਕੁਡ ਨੋਟ ਫਿਕਸ ਏ ਨੇਲ ਔਨ ਦਾ ਵਾਲ। ਤੁਸੀਂ ਕੰਧ ਦੇ ਵਿੱਚ ਕਿੱਲ ਨਹੀਂ ਲਗਾ ਸਕਦੇ ਬਿਨਾਂ ਫ੍ਰਿਕਸ਼ਨ ਦੇ। ਇਹ ਐਕਟੀਵਿਟੀ ਦੇਖ ਸਕਦੇ ਹੋ 12.7 ਦੇ ਵਿੱਚ। ਸੋ ਫ੍ਰਿਕਸ਼ਨ ਬੜੀ ਜ਼ਰੂਰੀ ਹੈ। ਔਰ ਟਾਈ ਏ ਨੋਟ, ਤੁਸੀਂ ਗੰਢ ਵੀ ਨਹੀਂ ਬਣ ਸਕਦੇ। ਵਿਦਆਊਟ ਫ੍ਰਿਕਸ਼ਨ ਨੋ ਬਿਲਡਿੰਗ ਕੁਡ ਬੀ। ਕੋਈ ਬਿਲਡਿੰਗ ਨਹੀਂ ਤੁਸੀਂ ਬਣਾ ਸਕਦੇ ਬਿਨਾਂ ਫ੍ਰਿਕਸ਼ਨ ਦੇ। ਸੋ ਇੱਥੋਂ ਕਲੀਅਰ ਹੋ ਜਾਂਦਾ ਹੈ ਫ੍ਰਿਕਸ਼ਨ ਦੀ ਸਾਨੂੰ ਕੀ ਫ੍ਰਿਕਸ਼ਨ ਦੇ ਫਾਇਦੇ ਹੈ। ਔਨ ਦਾ ਅਦਰ ਹੈਂਡ ਫ੍ਰਿਕਸ਼ਨ ਇਜ਼ ਐਨ ਈਵਲ। ਫ੍ਰਿਕਸ਼ਨ ਇੱਕ ਬੁਰਾਈ ਵੀ ਹੈ। ਇਟ ਬੇਅਰ ਆਊਟ ਦਾ ਮਟੀਰੀਅਲ ਵੈਦਰ ਦੇ ਸਕਰੂ
ਵਾਲ ਵੇਅਰਿੰਗ ਔਰ ਸੋਲ ਆਫ ਸ਼ੂ, ਜਿਹੜੇ ਜੁੱਤਿਆਂ ਦੇ ਸਾਡੇ ਤਲੇ ਆ ਫ੍ਰਿਕਸ਼ਨ ਨਾਲ ਘਸ ਜਾਂਦੇ ਆ, ਜੁੱਤੇ ਖਰਾਬ ਹੋ ਜਾਂਦੇ ਆ, ਸਕਰੂ ਜਿਹੜੇ ਖਰਾਬ ਹੋ ਜਾਂਦੇ ਆ, ਮਟੀਰੀਅਲ ਫਟ ਜਾਂਦਾ। ਯੂ ਵੁੱਡ ਹੈਵ ਸੀਨ ਬੋਰ ਨੋਟ ਸਟੈਪ ਆਫ ਫੁੱਟਵੇਅਰ ਓਵਰ ਬ੍ਰਿਜ ਐਟ ਰੇਲਵੇ ਸਟੇਸ਼ਨ। ਰੇਲਵੇ ਸਟੇਸ਼ਨ ਦੇ ਉੱਤੇ ਵੀ ਤੁਸੀਂ ਦੇਖਿਆ ਹੋਣਾ ਹੈ, ਜਿਹੜੇ ਫੁੱਟਵੇਅਰ ਜਿਹੜੇ ਪੈੜੀਆਂ ਸੀੜੀਆਂ ਬਣੀਆਂ ਹੁੰਦੀਆਂ ਉਹ ਖਰਾਬ ਹੋ ਜਾਂਦੀਆਂ ਬਾਰ ਬਾਰ ਚੱਲਣ ਦੇ ਨਾਲ, ਫ੍ਰਿਕਸ਼ਨ ਦੇ ਨਾਲ ਰਗੜ ਲੱਗਦੀ ਹੈ। ਫ੍ਰਿਕਸ਼ਨ ਕੈਨ ਆਲਸੋ ਪ੍ਰੋਡਿਊਸ ਹੀਟ, ਫ੍ਰਿਕਸ਼ਨ ਦੇ ਨਾਲ ਹੀਟ ਵੀ ਪੈਦਾ ਹੁੰਦੀ ਹੈ। ਤੁਸੀਂ ਆਪਣੀਆਂ ਹਥੇਲੀਆਂ ਨੂੰ ਆਪਸ ਵਿੱਚ ਰਗੜੋ ਤਾਂ ਤੁਹਾਡੇ ਹੱਥ ਗਰਮ ਹੋ ਜਾਂਦੇ ਆ, ਸੋ ਇਹ ਫ੍ਰਿਕਸ਼ਨ ਦੀ ਵਜ੍ਹਾ ਨਾਲ ਹੈ। ਹਾਊ ਡੂ ਯੂ ਫੀਲ, ਜਦੋਂ ਤੁਸੀਂ ਹੱਥ ਆਪਣੇ ਇੱਕ ਦੂਜੇ ਨਾਲ ਰਗੜਦੇ ਹੋ, ਜਾਂ ਤੁਸੀਂ ਜਦੋਂ ਮਾਚਿਸ ਦੀ ਤੀਲੀ ਨੂੰ ਰਗੜਦੇ ਹੋ, ਅੱਗ ਜਲਾਉਣ ਦੀ ਕੋਸ਼ਿਸ਼ ਕਰਦੇ ਤਾਂ ਅੱਗ ਲੱਗ ਜਾਂਦੀ ਹੈ, ਫ੍ਰਿਕਸ਼ਨ ਦੀ ਵਜ੍ਹਾ ਨਾਲ ਹੈ। ਯੂ ਮਾਈਟ ਹੈਵ ਅਬਜ਼ਰਵਡ ਐਟ ਦਾ ਜਾਰ ਆਫ ਦਾ ਮਿਕਸਚਰ ਬਿਕਮ ਹੌਟ ਵੈਨ ਇਟ ਇਜ਼ ਰਨ ਫਾਰ ਏ ਫਿਊ ਮਿਨਟ। ਯੂ ਕੈਨ ਸਾਈਟ ਵੇਰੀਅਸ ਅਦਰ ਐਗਜ਼ਾਮਪਲ ਇਨ ਵਿਚ ਫ੍ਰਿਕਸ਼ਨ ਪ੍ਰੋਡਿਊਸ ਹੀਟ। ਕਈ ਤੁਸੀਂ ਦੇਖਿਆ ਹੋਣਾ ਫ੍ਰਿਕਸ਼ਨ ਜਿਹੜੀ ਹੈ ਕਰਦੀ ਹੈ, ਜਿਸ ਤਰ੍ਹਾਂ ਤੁਸੀਂ ਜਾਰ ਜਿਹੜਾ ਮਿਕਸਚਰ ਦਾ ਉਹਨੂੰ ਘੁਮਾਓਗੇ, ਜਿਸ ਤਰ੍ਹਾਂ ਮਿਕਸਚਰ ਗ੍ਰਾਈਂਡਰ ਦੇ ਵਿੱਚ ਤੁਸੀਂ ਮਸਾਲੇ ਪੀਂਦੇ ਹੋ, ਗਰਮ ਹੋ ਜਾਂਦਾ ਡਿਊ ਟੂ ਫ੍ਰਿਕਸ਼ਨ। ਸੋ ਫ੍ਰਿਕਸ਼ਨ ਦੇ ਨਾਲ ਹੀਟ ਪੈਦਾ ਹੁੰਦੀ ਹੈ। ਸੋ ਤੁਸੀਂ ਦੇਖ ਸਕਦੇ ਹੋ ਮਾਚਿਸ ਦੀ ਤਿੱਲੀ ਜਲਾਉਣ ਦੇ ਨਾਲ ਫ੍ਰਿਕਸ਼ਨ ਹੋਏਗੀ। 12.8 ਵਿੱਚ ਦੇਖ ਸਕਦੇ ਹੋ ਜੂਤੇ ਜਿਹੜੇ ਆ, ਸ਼ੂਜ਼ ਹੈ, ਘਸੇ ਜਾਂਦੇ ਆ, ਟੁੱਟ ਜਾਂਦੇ ਆ ਫ੍ਰਿਕਸ਼ਨ ਦੇ ਨਾਲ। ਸੋ ਇਨਕਰੀਜ਼ਿੰਗ ਐਂਡ ਰਿਡਿਊਸਿੰਗ ਫ੍ਰਿਕਸ਼ਨ। ਹੁਣ ਫ੍ਰਿਕਸ਼ਨ ਨੂੰ ਘੱਟ ਵੱਧ ਕਿੱਦਾਂ ਕਰ ਸਕਦੇ ਹਾਂ? ਹੈਵ ਯੂ ਐਵਰ ਥੋਟ ਵਾਈ ਦਾ ਸੋਲ ਆਫ ਯੋਰ ਸ਼ੂ ਇਜ਼ ਗਰੂਪਡ। ਤੁਹਾਡੇ ਜਿਹੜੇ ਜੁੱਤਿਆਂ ਦੇ ਥੱਲੇ ਜਿਹੜਾ ਸੋਲ ਹੈ ਉਹ 'ਤੇ ਸਟੱਡ ਲੱਗੇ ਹੁੰਦੇ, ਥੋੜ੍ਹਾ ਉੱਭਰ ਖਾਬੜ ਬਣਿਆ ਹੁੰਦਾ ਹੈ। ਇਟ ਇਜ਼ ਡਨ ਟੂ ਪ੍ਰੋਵਾਈਡ ਦਾ ਸ਼ੂ ਬੈਟਰ ਗ੍ਰਿਪ ਬਣਾਉਣ ਦੇ ਵਾਸਤੇ। ਫਲੋਰ ਦੇ ਉੱਤੇ ਤੁਸੀਂ ਤਿਲਕੋ ਨਾ, ਤੁਹਾਡਾ ਪੈਰ ਨਾ ਤਿਲਕੇ। ਸਿਮਿਲਰਲੀ ਜਿਹੜਾ ਟ੍ਰੀਡਡ ਟਾਇਰ ਆਫ ਦਾ ਕਾਰ, ਟਰੱਕ ਐਂਡ ਬੁਲਡੋਜ਼ਰ ਪ੍ਰੋਵਾਈਡ ਦੇਅਰ ਗ੍ਰਿਪ। ਹੁਣ ਜਿਹੜੇ ਟਾਇਰ ਹੁੰਦੇ ਆ ਉਹਨਾਂ 'ਤੇ ਗੁੱਡੀਆਂ ਬਣੀਆਂ ਹੁੰਦੀਆਂ, ਟ੍ਰੀਡਡ ਹੁੰਦਾ, ਕੀਤਾ ਹੁੰਦਾ ਅਲੱਗ-ਅਲੱਗ ਸ਼ੇਪ ਦੇ ਵਿੱਚ। ਤੁਸੀਂ ਇਹ ਟਾਇਰ ਦੇਖ ਸਕਦੇ ਹੋ। ਇਹਦੀ ਵਜ੍ਹਾ ਨਾਲ ਜਿਹੜੀ ਸਰਫੇਸ ਦੇ ਵਿੱਚ ਪਕੜ ਬਣਦੀ ਹੈ, ਫ੍ਰਿਕਸ਼ਨ ਬਣਦੀ ਹੈ। ਵੀ ਡੈਲੀਬਰੇਟਲੀ ਇਨਕਰੀਜ਼ ਦਾ ਫ੍ਰਿਕਸ਼ਨ ਬਾਈ ਯੂਜ਼ਿੰਗ ਦਾ ਬ੍ਰੇਕ ਪੈਡ ਇਨ ਦਾ ਬ੍ਰੇਕ ਸਿਸਟਮ ਆਫ ਬਾਈਸਾਈਕਲ ਐਂਡ ਆਟੋਮੋਬਾਈਲ। ਸੋ ਬ੍ਰੇਕ ਦੇ ਪੈਡ ਤੁਸੀਂ ਬਣਾ ਦਿੰਦੇ ਹੋ ਫ੍ਰਿਕਸ਼ਨ ਬਣਾਉਣ ਦੇ ਲਈ ਆਟੋਮੋਬਾਈਲ 'ਚ। ਵੈਨ ਯੂ ਆਰ ਰਾਈਡਿੰਗ ਏ ਬਾਈਸਾਈਕਲ ਦਾ ਬ੍ਰੇਕ ਪੈਡ ਡੂ ਨੋਟ ਟੱਚ ਦਾ ਵੀਲ। ਜਦੋਂ ਤੁਸੀਂ ਸਾਈਕਲ ਚਲਾਉਂਦੇ ਹੋ ਤਾਂ ਬ੍ਰੇਕ ਪੈਡ ਨਾਲ ਜਿਹੜਾ ਸਾਈਕਲ ਚਕਰਾਉਂਦਾ ਨਹੀਂ ਹੈ, ਵੀਲ ਪੈਡ ਜਿਹੜਾ ਚੱਲਦਾ ਰਹਿੰਦਾ। ਬਟ ਜਦੋਂ ਬ੍ਰੇਕ ਲਗਾਉਂਦੇ ਹੋ ਤਾਂ ਵੀਲ ਜਿਹੜਾ ਹੈ ਉਹ ਬ੍ਰੇਕ ਪੈਡ ਦੇ ਨਾਲ ਪਕੜ 'ਚ ਆ ਜਾਂਦਾ, ਉਹਦੀ ਵਜ੍ਹਾ ਨਾਲ ਫ੍ਰਿਕਸ਼ਨ ਨਾਲ ਸਾਈਕਲ ਦਾ ਜਿਹੜਾ ਰਿਮ ਹੈ ਉਹ ਰੁਕ ਜਾਂਦਾ। ਸੋ ਦਾ ਵੀਲ ਸਟੋਪ ਮੂਵਿੰਗ। ਯੂ ਮਾਈਟ ਹੈਵ ਸੀਨ ਦਾ ਕਬੱਡੀ ਪਲੇਅਰ ਰੱਬ ਦੇਅਰ ਹੈਂਡ ਵਿਦ ਸੋਇਲ। ਮਿੱਟੀ ਦੇ ਨਾਲ ਕਬੱਡੀ ਵਾਲੇ ਖਿਡਾਰੀ ਮਿੱਟੀ ਆਪਣੇ ਹੱਥਾਂ ਨੂੰ ਲਗਾਉਂਦੇ ਤਾਂ ਕਿ ਗ੍ਰਿਪ ਬਣੀ ਰਹੇ। ਸੋ ਇਨ ਸਬ ਸਿਚੁਏਸ਼ਨ ਹੋਐਵਰ ਫ੍ਰਿਕਸ਼ਨ ਇਜ਼ ਅਨਡਿਜ਼ਾਇਰੇਬਲ। ਕਈ ਜਗ੍ਹਾ 'ਤੇ ਫ੍ਰਿਕਸ਼ਨ ਦਾ ਸਾਨੂੰ ਨੁਕਸਾਨ ਵੀ ਹੈ। ਬਾਏ ਡੂ ਯੂ ਸਪ੍ਰਿੰਕਲ ਫਾਈਨ ਪਾਊਡਰ ਔਨ ਦਾ ਕੈਰਮ ਬੋਰਡ। ਕੈਰਮ ਬੋਰਡ 'ਤੇ ਤੁਸੀਂ ਪਾਊਡਰ ਕਿਉਂ ਪਾਉਂਦੇ ਹੋ? ਤੁਸੀਂ ਦੇਖਿਆ ਹੋਏਗਾ ਏ ਫਿਊ ਡਰੋਪ ਆਫ ਆਇਲ ਆਰ ਪੌਰਡ ਔਨ ਦਾ ਹਿੰਜ ਆਫ ਦਾ ਡੋਰ। ਦਰਵਾਜ਼ੇ ਦਾ ਜਿਹੜਾ ਕਬਜ਼ਾ ਹੈ ਉੱਥੇ ਥੋੜ੍ਹਾ ਤੇਲ ਪਾਇਆ ਜਾਂਦਾ, ਡੋਰ ਜਿਹੜਾ ਆਰਾਮ ਨਾਲ ਘੁੰਮਦਾ ਹੈ। ਇਹ ਜ਼ਿਆਦਾਤਰ ਬਰਸਾਤਾਂ 'ਚ ਹੁੰਦਾ, ਦਰਵਾਜ਼ਾ ਸਿਆਲਾਂ ਦੇ ਵਿੱਚ ਅੜਨਾ ਸ਼ੁਰੂ ਹੋ ਜਾਂਦਾ ਬਰਸਾਤਾਂ 'ਚ। ਸੋ ਬਾਈਸਾਈਕਲ ਐਂਡ ਦਾ ਮੋਟਰ ਮਕੈਨਿਕ ਯੂਜ਼ ਦਾ ਗਰੀਸ। ਬਾਈਸਾਈਕਲ ਜਦੋਂ ਹੈ ਤੁਸੀਂ ਮੋਟਰ ਮਕੈਨਿਕ ਤੁਹਾਡੇ ਸਾਈਕਲ ਦੇ ਚੇਨ ਨੂੰ ਗਰੀਸ ਲਗਾਉਂਦਾ ਹੈ, ਇਹਨਾਂ ਸਾਈਕਲ ਆਰਾਮ ਨਾਲ ਚੱਲਦਾ। ਸੋ ਕੈਰਮ ਬੋਰਡ ਖੇਡ ਰਿਹਾ ਪਾਊਡਰ ਦੇ ਨਾਲ, ਕੈਰਮ ਬੋਰਡ ਆਰਾਮ ਨਾਲ ਖੇਡਿਆ ਜਾ ਸਕਦਾ। ਚੀਤੀਆਂ ਆਰਾਮ ਨਾਲ ਮੂਵ ਕਰਦੀਆਂ, ਫ੍ਰਿਕਸ਼ਨ ਘਟਦੀ ਹੈ। ਫ੍ਰਿਕਸ਼ਨ ਇਨ ਆਰਡਰ ਟੂ ਇਨਕਰੀਜ਼ ਐਫੀਸ਼ੈਂਸੀ ਵੈਨ ਆਇਲ ਗਰੀਸ ਔਰ ਗ੍ਰੇਫਾਈਟ ਇਜ਼ ਅਪਲਾਈਡ between the moving part of machine, a thin layer is found and the moving surface do not directly rub. ਸੋ ਗਰੀਸ ਦੀ ਇੱਕ ਥਿਨ ਲੇਅਰ ਬਣੀ ਜਾਂਦੀ ਹੈ, ਡਾਇਰੈਕਟ ਪੁਰਜੇ ਆਪਸ ਵਿੱਚ ਰਗੜ ਨਹੀਂ ਖਾਂਦੇ, ਇਸ ਨਾਲ ਮਸ਼ੀਨਾਂ ਖ਼ਰਾਬ ਨਹੀਂ ਹੁੰਦੀਆਂ। ਸੋ ਜਿਹੜੇ ਇੱਥੇ ਯੂਜ਼ ਕੀਤੇ ਜਾਂਦੇ ਆ ਫ੍ਰਿਕਸ਼ਨ ਘਟਾਉਣ ਦੇ ਲਈ ਮਟੀਰੀਅਲ, ਜਿਹਦਾ ਗਰੀਸ ਜਾਂ ਆਇਲ ਹੈ, ਇਹਨੂੰ ਅਸੀਂ ਲੂਬਰੀਕੈਂਟ ਕਹਿੰਦੇ ਹਾਂ। ਸੋ ਇਟ ਮੇ ਨੋਟ ਬੀ ਐਡਵਾਈਜ਼ੇਬਲ ਟੂ ਯੂਜ਼ ਆਇਲ ਐਜ਼ ਲੂਬਰੀਕੈਂਟ। ਆਇਲ ਨੂੰ ਯੂਜ਼ ਨਹੀਂ ਕਰਨਾ ਚਾਹੀਦਾ ਲੂਬਰੀਕੈਂਟ। ਐਂਡ ਏਅਰ ਕੁਸ਼ਨ ਬਿਟਵੀਨ ਦਾ ਮੂਵਿੰਗ ਪਾਰਟ ਇਜ਼ ਯੂਜ਼ ਟੂ ਰਿਡਿਊਸ ਫ੍ਰਿਕਸ਼ਨ। ਏਅਰ ਕੁਸ਼ਨ ਦਾ ਵੀ ਯੂਜ਼ ਕਰਦੇ ਆ। ਸੋ ਇਹ ਦੇਖ ਸਕਦੇ ਹੋ 12.13 ਵਿੱਚ ਉੱਪਰ ਲੂਬਰੀਕੈਂਟ ਹੈ, ਥੱਲੇ ਸਰਫੇਸ ਹੈ। ਸੋ ਲੂਬਰੀਕੈਂਟ ਪਹਿਲੇ ਘਸੇਗਾ, ਸਰਫੇਸ ਬਾਅਦ ਚੋਂ ਘਸੇਗੀ। ਕੈਨ ਯੂ ਰਿਡਿਊਸ ਦਾ ਫ੍ਰਿਕਸ਼ਨ ਜ਼ੀਰੋ ਬਾਏ ਪੋਲਿਸ਼ਿੰਗ ਸਰਫੇਸ ਔਰ ਯੂਜ਼ਿੰਗ ਲਾਰਜ ਨੰਬਰ ਆਫ ਲੂਬਰੀਕੈਂਟ। ਫ੍ਰਿਕਸ਼ਨ ਨੂੰ ਜ਼ੀਰੋ ਕਰ ਸਕਦੇ ਹਾਂ ਲੂਬਰੀਕੈਂਟ ਨਾਲ। ਫ੍ਰਿਕਸ਼ਨ ਕਦੇ ਵੀ ਜ਼ੀਰੋ ਨਹੀਂ ਹੋ ਸਕਦੀ, ਥੋੜ੍ਹੀ ਬਹੁਤੀ ਰਫਨੈਸ ਰਹੇਗੀ। ਵੀਲ ਰਿਡਿਊਸ ਦਾ ਫ੍ਰਿਕਸ਼ਨ। ਜਿਹੜੇ ਵੀਲ ਹੈ ਉਹਨਾਂ ਫ੍ਰਿਕਸ਼ਨ ਘਟਦੀ ਹੈ। ਜਿਸ ਤਰ੍ਹਾਂ ਇਹ ਦੇਖ ਸਕਦੇ ਹੋ ਟਰੋਲੀ ਬਣ ਗਈ ਹੈ ਅਟੈਚੀ ਦੀ, ਸੂਟਕੇਸ ਹੈ, ਆਰਾਮ ਨਾਲ ਇਹਨੂੰ ਲਿਜਾ ਸਕਦਾ ਹੈ, ਭਾਰਾ ਸੂਟਕੇਸ ਹੁੰਦਾ ਹੈ। ਇਹਦੇ ਵਿੱਚ ਤੁਸੀਂ ਐਕਟੀਵਿਟੀ ਦੇ ਦੇਖ ਸਕਦੇ ਹੋ ਕਿ ਸੋ ਇਸ ਐਕਟੀਵਿਟੀ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਕਿਤਾਬ ਨੂੰ ਮੂਵ ਕਰਨਾ ਹੈ। ਕਿਤਾਬ ਨੂੰ ਟੇਬਲ ਦੇ ਉੱਤੇ ਸਲਾਈਡ ਕਰਨ ਦੇ ਨਾਲੋਂ ਜੇ ਨੀਚੇ ਪੈਨਸਲਾਂ ਰੱਖਾਂਗੇ ਜਾਂ ਪੈਨ ਰੱਖਾਂਗੇ ਆਰਾਮ ਨਾਲ ਮੂਵ ਹੋ ਜਾਏਗੀ,
ਕਿਉਂਕਿ ਇਹ ਜਿਹੜੀ ਫ੍ਰਿਕਸ਼ਨ ਹੈ ਇਹਨੂੰ ਰੋਲਿੰਗ ਫ੍ਰਿਕਸ਼ਨ ਕਹਿੰਦੇ ਆ। ਬੇਲਣਕਾਰ ਜਦੋਂ ਗੋਲ ਚੀਜ਼ ਘੁੰਮਦੀ ਹੈ। ਬੇਲਣਕਾਰ ਜਿਹੜੀ ਫ੍ਰਿਕਸ਼ਨ ਹੈ ਉਹ ਸਲਾਈਡਿੰਗ ਫ੍ਰਿਕਸ਼ਨ ਤੋਂ ਘੱਟ ਹੁੰਦੀ ਹੈ। ਸਲਾਈਡਿੰਗ ਫ੍ਰਿਕਸ਼ਨ ਜਿਹੜੀ ਹੈ ਰਗੜ ਕਹਿ ਦਿਓ ਜਾਂ ਨੂੰ ਤਿਲਕਣਦਾਰ ਫ੍ਰਿਕਸ਼ਨ ਕਹਿ ਦਿਓ, ਉਹ ਤੋਂ ਘੱਟ ਹੁੰਦੀ ਹੈ। ਸੋ ਰੋਲਿੰਗ ਫ੍ਰਿਕਸ਼ਨ ਜਿਹੜੀ ਹੈ ਇਹਨਾਂ ਰਜਿਸਟੈਂਸ ਘੱਟ ਹੁੰਦੀ ਹੈ। ਸੋ ਰੋਲਿੰਗ ਫ੍ਰਿਕਸ਼ਨ ਘੱਟ ਜਾਂਦੀ ਹੈ। ਇਟ ਆਲਵੇਜ਼ ਈਜ਼ੀਅਰ ਟੂ ਰੋਲ ਦੈਨ ਸਲਾਈਡ। ਰੋਲ ਕਰਨਾ ਸੌਖਾ ਹੈ ਸਲਾਈਡ ਕਰਨ ਦੇ ਨਾਲੋਂ। ਡੈਟ ਰੀਜ਼ਨ ਇਟ ਇਜ਼ ਕਨਵੀਨੀਅੰਟ ਟੂ ਪੁੱਲ ਲਗੇਜ ਫਿਟਡ ਵਿਦ ਰੋਲਰ। ਸੋ ਜਿਹੜਾ ਲਗੇਜ ਹੈ ਜਿਸ ਤਰ੍ਹਾਂ 12x4 'ਚ ਜਾਂ ਸੂਟਕੇਸ ਖਿੱਚਣਾ ਆਸਾਨ ਹੈ ਉਹਨੂੰ ਸਲਾਈਡ ਕਰਨ ਦੇ ਨਾਲੋਂ। ਕੈਨ ਯੂ ਨੋ ਅੰਡਰਸਟੈਂਡ ਵਾਈ ਦਾ ਵੀਲ ਇਜ਼ ਸੈਡ ਟੂ ਬੀ ਵਨ ਆਫ ਦਾ ਗ੍ਰੇਟੈਸਟ ਇਨਵੈਂਸ਼ਨ। ਹੁਣ ਤੁਸੀਂ ਸਮਝ ਗਏ ਹੋਵੇ ਕਿ ਸਭ ਤੋਂ ਵੱਧ ਜਿਹੜਾ ਪਹੀਏ ਦੀ ਇੱਕ ਵੱਡੀ ਇਨਵੈਂਸ਼ਨ ਕਿਉਂ ਹੈ, ਪਹੀਏ ਨੂੰ ਵੱਡੀ ਕਾਢ ਕਿਉਂ ਮੰਨਿਆ ਜਾਂਦਾ ਹੈ। ਸਲਾਈਡਿੰਗ ਫ੍ਰਿਕਸ਼ਨ ਜਿਹੜੀ ਹੈ ਰੋਲਿੰਗ ਫ੍ਰਿਕਸ਼ਨ ਹਮੇਸ਼ਾ ਸਲਾਈਡਿੰਗ ਤੋਂ ਘੱਟ ਹੁੰਦੀ ਹੈ। ਸਲਾਈਡਿੰਗ ਫ੍ਰਿਕਸ਼ਨ ਇਜ਼ ਇਨ ਮੋਸਟ ਮਸ਼ੀਨ ਜਿਹੜੀ ਹੈ ਉਹਨੂੰ ਘੱਟ ਕੀਤਾ ਜਾਂਦਾ ਬਾਈ ਰੋਲਿੰਗ ਫ੍ਰਿਕਸ਼ਨ ਦੇ ਨਾਲ। ਜਿਹਦਾ ਬਾਲ ਬੇਰਿੰਗ ਹੈ, ਬੇਰਿੰਗ ਯੂਜ਼ ਕੀਤੇ ਜਾਂਦੇ ਆ, ਹੱਬ ਬਣਾ ਦਿੱਤਾ ਜਾਂਦਾ ਹੈ। ਐਕਸਲ ਆਫ ਹੀਲਿੰਗ ਫੈਨ ਜਾਂ ਬਾਈਸਾਈਕਲ ਜਾਂ ਸੀਲਿੰਗ ਫੈਨ, ਇਹ ਛੱਤ ਦਾ ਪੱਖਾ ਹੈ, ਇਹਦੇ ਵਿੱਚ ਇਹ ਤੁਹਾਡਾ ਵਾਲ ਬੇਰਿੰਗ ਹੈ, ਇਹ ਹੱਬ ਹੈ ਜਿੱਥੇ ਐਕਸਲ ਦੇ ਨਾਲ ਮੂਵ ਕਰੇਗਾ ਤਾਂ ਆਰਾਮ ਦੇ ਨਾਲ ਇਹ 'ਤੇ ਰੋਲ ਕਰੇਗਾ, ਸਲਾਈਡ ਹੀ ਨਹੀਂ ਹੋਏਗਾ, ਇਹ 'ਤੇ ਫਿਕਸ ਰਹੇਗਾ। ਫਲੂਇਡ ਜਿਹੜੇ ਲਿਕੁਇਡ ਹੈ ਉਹਦੇ ਵਿੱਚ ਵੀ ਫ੍ਰਿਕਸ਼ਨ ਹੁੰਦੀ ਹੈ। ਸੋ ਏਅਰ ਜਿਹੜੀ ਹੈ ਉਹਦੇ ਵਿੱਚ ਵੀ ਥੋੜ੍ਹੀ ਫ੍ਰਿਕਸ਼ਨ ਹੈ। ਤਾਂ ਇਹਦੇ ਵਾਸਤੇ ਜਿਹੜੇ ਜਹਾਜ਼ ਹੈ ਜਾਂ ਐਰੋਪਲੇਨ ਹੈ ਉਹਦੀ ਸ਼ੇਪ ਤੁਸੀਂ ਧਿਆਨ ਦੇ ਨਾਲ ਦੇਖੋ, ਜਾਂ ਪੰਛੀ ਦੀ ਸ਼ੇਪ ਦੇਖੋ, ਅੱਗੇ ਉਹ ਤਿੱਖੇ ਹੈ, ਜਾਂ ਪੰਛੀ ਦੀ ਜਿਹੜੀ ਚੁੰਝ ਅੱਗੇ ਉਹ ਤਿੱਖੀ ਹੁੰਦੀ ਹੈ, ਉਹ ਨਾਲ ਫ੍ਰਿਕਸ਼ਨ ਘੱਟ ਜਾਂਦੀ ਹੈ। ਸੋ ਫ੍ਰਿਕਸ਼ਨ ਜਿਹੜੀ ਹੈ ਹਵਾ ਦੀ ਰੈਜ਼ਿਸਟੈਂਸ ਘੱਟ ਲੱਗੇਗੀ ਤਾਂ ਆਰਾਮ ਦੇ ਨਾਲ ਅੱਗੇ ਮੂਵ ਕੀਤਾ ਜਾ ਸਕਦਾ। ਸੋ ਇਸੀ ਵਜ੍ਹਾ ਨਾਲ ਜਿਹੜੀ ਪਰਟੀਕੂਲਰ ਸ਼ੇਪ ਰੱਖੀ ਜਾਂਦੀ ਹੈ। ਸੋ ਜਿਹੜੀ ਫ੍ਰਿਕਸ਼ਨ ਫਲੂਇਡ ਦੇ ਨਾਲ ਹੁੰਦੀ ਹੈ ਇਹਨੂੰ ਡਰੈਗ ਕਿਹਾ ਜਾਂਦਾ। ਡਰੈਗ ਫ੍ਰਿਕਸ਼ਨ ਜਿਹੜੀ ਫਲੂਇਡ ਦੇ ਨਾਲ ਹੁੰਦੀ ਹੈ। ਸੋ ਫ੍ਰਿਕਸ਼ਨ ਫੋਰਸ ਔਨ ਐਨ ਆਬਜੈਕਟ ਇਨ ਫਲੂਇਡ ਡਿਪੈਂਡ ਔਨ ਦਾ ਸਪੀਡ ਵਿਦ ਰਿਸਪੈਕਟ ਟੂ ਫਲੂਇਡ। ਫ੍ਰਿਕਸ਼ਨ ਫੋਰਸ ਆਲਸੋ ਡਿਪੈਂਡ ਔਨ ਦਾ ਸ਼ੇਪ। ਹੁਣ ਪਾਣੀ ਦੇ ਵਿੱਚ ਜਿੱਦਾਂ ਪਣਡੁੱਬੀਆਂ ਚੱਲਦੀਆਂ, ਬੇੜੀਆਂ ਚੱਲਦੀਆਂ, ਸਮੁੰਦਰੀ ਜਹਾਜ਼ ਚੱਲਦੇ ਆ, ਉਹਦੀ ਸ਼ੇਪ 'ਤੇ ਡਿਪੈਂਡ ਕਰਦਾ। ਬਾਕੀ ਪਾਣੀ ਕਿੱਦਾਂ ਦਾ, ਸੰਘਣਾ ਪਾਣੀ ਹੈ ਜਾਂ ਬਿਰਲਾ ਪਾਣੀ ਹੈ, ਸਮੁੰਦਰੀ ਪਾਣੀ ਹੈ, ਝੀਲ ਦਾ ਪਾਣੀ, ਉਹ 'ਤੇ ਡਿਪੈਂਡ ਕਰਦਾ। ਜੇ ਪਾਣੀ ਪਹਿਲੇ ਮੂਵ ਕਰ ਰਿਹਾ ਤਾਂ ਚੀਜ਼ ਆਰਾਮ ਨਾਲ ਮੂਵ ਹੋ ਜਾਏਗੀ। ਬਟ ਜਿਹੜਾ ਖੜਾ ਪਾਣੀ ਹੈ ਉਹ 'ਤੇ ਚੀਜ਼ ਨੂੰ ਤੁਸੀਂ ਲੈ ਕੇ ਜਾਣਾ, ਅਤੇ ਕਸ਼ਤੀ ਜਿੱਦਾਂ ਘੁਮਾਉਣੀ ਅੱਗੇ ਤਿੱਖੀ ਹੁੰਦੀ ਹੈ, ਸਮੁੰਦਰੀ ਜਹਾਜ਼ ਵੀ ਅੱਗੇ ਤਿੱਖਾ ਹੁੰਦਾ ਹੈ, ਪਣਡੁੱਬੀਆਂ ਵੀ ਤਿੱਖੀਆਂ, ਨਾ ਆਰਾਮ ਨਾਲ ਤੁਸੀਂ ਮੂਵ ਕਰ ਸਕਦੇ। ਸੋ ਸਪੈਸ਼ਲ ਸ਼ੇਪ ਬਣਾਈ ਜਾਂਦੀ ਹੈ। ਸੋ ਪਿਆਰੇ ਵਿਦਿਆਰਥੀਓ, ਮੈਨੂੰ ਸਮਝ ਆ ਗਿਆ ਹੋਵੇਗਾ ਤੁਹਾਨੂੰ ਇਸ ਚੈਪਟਰ ਦੇ ਬਾਰੇ। ਕਿੱਦਾਂ ਵੀਡੀਓ ਲੱਗਿਆ ਕਾਈਂਡਲੀ ਕਮੈਂਟ ਜ਼ਰੂਰ ਕਰਨਾ। ਸੋ ਇਹਦੇ ਵਿੱਚ ਤੁਸੀਂ ਸਿੱਖੇ ਨੇ ਕੀਵਰਡ, ਵਾਲ ਬੇਰਿੰਗ ਜਿਹੜਾ ਹੁੰਦਾ ਹੈ, ਡਰੈਗ ਜਿਹੜੀ ਲਿਕੁਇਡ ਫਲੂਇਡ ਦੀ ਫ੍ਰਿਕਸ਼ਨ ਹੈ, ਫਲੂਇਡ ਫ੍ਰਿਕਸ਼ਨ ਜਿਹੜੀ ਹੈ ਪੜ੍ਹੀ ਹੈ, ਫ੍ਰਿਕਸ਼ਨ ਪੜ੍ਹੀ ਹੈ, ਇੰਟਰਲੋਕਿੰਗ ਪੜ੍ਹੀ ਹੈ, ਲੁਬਰੀਕੈਂਟ ਤਰਲ ਪੜ੍ਹਿਆ, ਰੋਲਿੰਗ ਫ੍ਰਿਕਸ਼ਨ, ਸਟੈਟਿਕ ਫ੍ਰਿਕਸ਼ਨ, ਸਲਾਈਡਿੰਗ ਫ੍ਰਿਕਸ਼ਨ ਪੜ੍ਹੀ ਹੈ। ਸੋ ਚੈਪਟਰ ਦੀ ਸਮਰੀ ਕੀ ਬਣਦੀ ਹੈ? ਫ੍ਰਿਕਸ਼ਨ ਜਿਹੜੀ ਹੈ ਅਪੋਜ਼ ਕਰਦੀ ਹੈ ਰਿਲੇਟਿਵ ਮੋਸ਼ਨ ਦੋ ਸਰਫੇਸ ਦੀ। ਫ੍ਰਿਕਸ਼ਨ ਜਿਹੜੀ ਹੈ ਨੇਚਰ ਆਫ ਸਰਫੇਸ 'ਤੇ ਡਿਪੈਂਡ ਕਰਦੀ ਹੈ। ਦੋ ਸਰਫੇਸ ਜੇ ਦੇਖੀਏ ਤਾਂ ਸਟੇਟ ਆਫ ਸਮੂਥਨੈਸ ਜਿਹੜੀ ਹੈ ਫ੍ਰਿਕਸ਼ਨ ਡਿਪੈਂਡ ਕਰਦੀ ਹੈ। ਫ੍ਰਿਕਸ਼ਨ ਡਿਪੈਂਡ ਔਨ ਹੋ ਹਾਰਡ ਟੂ ਸਰਫੇਸ, ਕਿੰਨੀਆਂ ਸਰਫੇਸ ਹਾਰਡ ਹੈ। ਸਟੈਟਿਕ ਫ੍ਰਿਕਸ਼ਨ ਜਿਹੜੀ ਹੈ ਉਹ ਰੋਲ ਪਲੇ ਕਰਦੀ ਹੈ ਜਦੋਂ ਚੀਜ਼ ਰੈਸਟ ਵਿੱਚ ਹੋਵੇ। ਸਲਾਈਡਿੰਗ ਫ੍ਰਿਕਸ਼ਨ ਉਦੋਂ ਰੋਲ ਕਰਦੀ ਹੈ ਜਦੋਂ ਚੀਜ਼ ਸਲਾਈਡ ਕਰਦੀ ਹੈ। ਸਲਾਈਡਿੰਗ ਫ੍ਰਿਕਸ਼ਨ ਜਿਹੜੀ ਹੈ ਸਮਾਲਰ ਦੈਨ ਦਾ ਸਟੈਟਿਕ ਫ੍ਰਿਕਸ਼ਨ। ਫ੍ਰਿਕਸ਼ਨ ਇਜ਼ ਇੰਪੋਰਟੈਂਟ ਫਾਰ ਮੈਨੀ ਐਕਟੀਵਿਟੀ। ਫ੍ਰਿਕਸ਼ਨ ਨੂੰ ਇਨਕਰੀਜ਼ ਕਰ ਸਕਦੇ ਹਾਂ ਰਫ ਸਰਫੇਸ ਕਰਕੇ। ਸੋਲ ਆਫ ਦਾ ਸ਼ੂਜ਼ ਐਂਡ ਟਾਇਰ ਆਫ ਵੀਲ ਆਰ ਟ੍ਰੀਟਡ ਟੂ ਇਨਕਰੀਜ਼ ਫ੍ਰਿਕਸ਼ਨ। Friction sometimes undesirable. Friction can be reduced by using lubricant. When one body roll another body, the rolling friction ਜਿਹੜੀ ਹੈ come into play. Rolling friction smaller than sliding friction. In many machine, friction is reduced by using ball bearing. Fluid friction can be minimized by giving the suitable shape to body in the fluid. I hope ਤੁਹਾਨੂੰ ਸਮਝ ਆ ਗਿਆ ਹੋਵੇਗਾ। ਚੈਪਟਰ ਬੜਾ ਆਸਾਨ ਅਤੇ ਛੋਟਾ ਜਿਹਾ ਚੈਪਟਰ ਸੀ। ਸੋ ਤੁਹਾਡੇ ਨੈਸ ਦੇ ਵਿੱਚ ਇਹਦੇ ਰਿਗਾਰਡਿੰਗ ਕਾਫੀ ਕੁਐਸਚਨਸ ਆਉਣਗੇ ਤੁਹਾਡੀ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਹੀ। ਸੋ ਧਿਆਨ ਦੇ ਨਾਲ ਵੀਡੀਓ ਵਾਰ-ਵਾਰ ਦੇਖੋ ਤਾਂ ਕਿ ਤੈਨੂੰ ਆਰਾਮ ਨਾਲ ਸਮਝ ਆ ਸਕੇ। ਉਹ ਵੀਡੀਓ ਕਿੱਦਾਂ ਲੱਗਿਆ ਕਾਈਂਡਲੀ ਕਮੈਂਟ ਜ਼ਰੂਰ ਕਰਨਾ। ਮਿਲਾਂਗੇ ਨੈਕਸਟ ਚੈਪਟਰ ਦੇ ਵਿੱਚ ਜਲਦੀ ਹੀ। ਥੈਂਕ ਯੂ ਵੈਰੀ ਮਚ। ਪਲੀਜ਼ ਪੁੱਟ ਯੂਰ ਕਮੈਂਟ ਐਂਡ ਲਾਈਕ, ਸ਼ੇਅਰ, ਸਬਸਕ੍ਰਾਈਬ ਆਵਰ